कोई जन हरसियों दीवह जोर, चरण कहो बको शुभ रसना। दीजै प्राणी अकोर, कोई जन हरसियों दीवह जोर, चरण कहो बको शुभ रसना। दीजै प्राणी अकोर, रहाव मन तन निर्मल करत कियारो। हर सिंचै सुधा संजोर, या रस में मगन होत कृपाती। मह विख्याति तोर, आयु शरण दीन दुख भंजन। चितमो तुमरी ओर, अबह पद दान सिमरन स्वामी को। प्रभ नानक बंधन छोर, अबह पद दान सिमरन स्वामी को। प्रभ नानक बंधन छोर, परम सत्कारयोग गुरु प्यारी गुरु सवारी सत संगत जी, बड़े ही वड्डियां भागां वाले हाँ। सतगुरां दी पावन हजूरी दे अंदर जुड़ बैठ के सतगुरां दी इलाही बाणी नूं सरवण करके जीवन दे कुछ जिहड़े पल ने तिन्हां नूं सफला बनाउण दा यतन कर रहे सां। आओ कुछ समय दे लई गुरमत विचारां दे नाल जुड़ना करिए। विचारां की अरबता तो पहला मन दीआं बिरतियां नूं करो इकागर। गुरफती दे नाल सांझ पाओ, बड़े ही प्यार दे नाल आखो जी वाहिगुरू जी का खालसा वाहिगुरू जी की फतेह। पंजवें पातशाह धन श्री गुरु अर्जन देव जी महाराज तिन्हां दे मुखारबिंद तो उचारण किया होया यह पावन शब्द जैतसरी राग दे अंदर साहिब धन श्री गुरु ग्रंथ साहिब जी दे पावन पवित्र अंग 701 ਅਤੇ 2 ਉੱਪਰ ਸੁਭਾਈਮਠ है। सतगुਰਾਂ ने अज इस पावन शब्द के अंदर उस अकाल पुरख वाहिगुरू के अगे अरदास बेनती की। हाथ जोड़ के बेनती करते ने, आखन लगे हे अकाल पुरख परमात्मा, मैनू कोई इहो जिहा अपना सेवक, अपना दास, अपना जन मिला दे जिहड़ा मैनू तेरे तक लै जावे, तेरे नाल मिला देवे। ते जेकर कोई मैनू इहो जिहा सज्जन, इहो जिहा दास, इहो जिहा कोई सेवक मिलदा है ते उहदे परथाए अपनी इस रसना दे विचों मैं मिठे बोल बोल के उहदा शुकराना करांगा, धन्नवाद करांगा ते उहदे चरनां नूं पकड़ के उहदे चरनां दे विच नमस्कार भी करांगा। ते तीजी गल इत्थों तक अपना मन
ਤਨ ਸਭ ਕੁਝ ਉਹਨੂੰ ਅਰਪ ਕਰ ਦੇਵਾਂਗਾ। ਉਹ ਜਿੱਥੇ ਆਖੇਗਾ ਮੈਂ ਉਹਦਾ ਇੰਨਾ ਆਗਿਆਕਾਰ ਬਣ ਜਾਵਾਂਗਾ। ਜੋ ਆਖੇਗਾ ਉਹਦੇ ਹੁਕਮ ਦੇ ਵਿੱਚ ਚੱਲਾਂਗਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਕੋਈ ਜਨ ਹਰਿ ਸਿਉ ਦੇਵੈ ਜੋਰ। ਹੇ ਭਾਈ, ਕੋਈ ਇਹੋ ਜਿਹਾ ਹਰੀ ਦਾ ਸੇਵਕ, ਹਰੀ ਦਾ ਦਾਸ ਹੋਵੇ ਜਿਹੜਾ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਜੋੜ ਦੇਵੇ ਕਿ ਚਰਨ ਗਾਹੋਂ ਵਕੋਂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਕਹਿੰਦੇ ਮੈਂ ਉਹਦੇ ਚਰਨਾਂ ਨੂੰ ਪਕੜ ਲਵਾਂਗਾ, ਫੜ ਲਵਾਂਗਾ ਤੇ ਆਪਣੀ ਇਸ ਜੀਭ ਦੇ ਵਿੱਚੋਂ, ਰਸਨਾ ਦੇ ਵਿੱਚੋਂ ਉਹਦੇ ਪਰਥਾਈ ਹਮੇਸ਼ਾ ਦੇ ਲਈ ਮਿੱਠੇ ਬੋਲ ਬੋਲਾਂਗਾ। ਚਰਨ ਗਾਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਇੱਥੋਂ ਤੱਕ ਆਪਣੇ ਜਿਹੜੇ ਮੇਰੇ ਇਹ ਸਰੀਰ ਦੇ ਵਿੱਚ ਪ੍ਰਾਣ ਨੇ, ਇਹ ਸਵਾਸ ਨੇ, ਇਹ ਜਿੰਨੇ ਵੀ ਸਵਾਸ ਨੇ, ਇਹ ਸਭ ਉਹਦੇ ਉੱਪਰੋਂ ਵਾਰ ਦੇਵਾਂਗਾ, ਭਾਵ ਆਪਣਾ ਸਭ ਕੁਝ ਉਹਨੂੰ ਦੇ ਦੇਵਾਂਗਾ। ਪਿਆਰ ਵਾਲਿਓ, ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਅਨੇਕਾਂ ਇਹੋ ਜਿਹੇ ਬੋਲ ਨੇ, ਅਨੇਕਾਂ ਗੁਰਬਾਣੀ ਦੇ ਇਹੋ ਜਿਹੇ ਸ਼ਬਦ ਨੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਭਾਵੇਂ ਆਪ ਗੁਰੂ ਨੇ, ਭਾਵੇਂ ਆਪ ਰੱਬ ਦੇ ਨਾਲ ਇੱਕ ਮਿਕ ਨੇ। ਬਾਬਾ ਕਬੀਰ ਜੀ ਵਰਗੇ 15 ਭਗਤ, 11 ਪੱਟ, ਇਹ ਭਾਵੇਂ ਆਪ ਰੱਬ ਦੇ ਨਾਲ ਮਿਲੇ ਹੋਏ ਨੇ, ਰੱਬ ਦੇ ਵਿੱਚ ਅਭੇਦ ਨੇ, ਪਰ ਫਿਰ ਵੀ ਹੱਥ ਜੋੜ ਕੇ ਬੇਨਤੀ ਇਹ ਕਰਦੇ ਪਏ ਨੇ, ਮੇਰੇ ਤੇ ਕਿਰਪਾ ਕਰੋ, ਮੈਂ ਔਗਣਾ ਦੇ ਨਾਲ ਭਰਿਆ ਹੋਇਆ ਵਾਂ। ਮੇਰੇ ਅੰਦਰ ਇੰਨੇ ਔਗਣ ਨੇ ਵੀ ਮੇਰੀ ਸਮਰਥਾ ਨਹੀਂ ਮੈਂ ਤੁਹਾਡੇ ਨਾਲ ਮਿਲ ਲਵਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਖ ਦਾਰਾ ਸੁ ਪ੍ਰੀਤ ਲਗਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਪਟ ਕਿਰਤ ਹੈ ਜਿਹੜਾ ਉਹ ਬੇਨਤੀ ਕਰਦਾ ਪਿਆ ਸਤਿਗੁਰਾਂ ਦੇ ਦਰ ਦੇ ਉੱਤੇ ਕਿ ਅਸੀਂ ਔਗਣਾ ਦੇ ਨਾਲ ਭਰੇ ਹੋਏ ਹਾਂ, ਮੇਰੇ ਅੰਦਰ ਇੱਕ ਵੀ ਇਹੋ ਜਿਹਾ ਗੁਣ ਨਹੀਂ ਵੀ ਜਿਹਦੇ ਕਰਕੇ ਮੈਂ ਤੇਰੇ ਨਾਲ ਮਿਲ ਸਕਾਂ। ਪੰਜਵੇਂ ਪਾਤਸ਼ਾਹ ਜੀ ਦਾ ਆਪਾਂ ਇੱਕ ਬੋਲ ਵੀ ਪੜ੍ਹਦੇ ਹਾਂ, ਸੋਦਰ ਦੀ ਬਾਣੀ ਪੜ੍ਹਦੇ ਹਾਂ, ਲਾਸਟ ਵਾਲਾ ਬਚਨ ਪੜ੍ਹੋ। ਸ਼ਲੋਕ ਮਹਿਲਾ ਪੰਜਵਾਂ, ਤੇਰਾ ਕੀਤਾ ਜਾਤੋਂ ਨਾਹੀ, ਮੈਨੂੰ ਜੋਗ ਕਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਈ, ਆਪੇ ਤਰਸ ਪਿਓਈ। ਕਹਿੰਦੇ ਮੈਂ ਤੇ ਨਿਰਗੁਣ ਹਾਰਾ ਵਾਂ, ਮੇਰੇ ਕੋਲ ਤੇ ਕੋਈ ਗੁਣ ਵੀ ਨਹੀਂ, ਪਤਾ ਨਹੀਂ ਫਿਰ ਵੀ ਤੂੰ ਮੇਰੇ ਤੇ ਕਿਵੇਂ ਤਰਸ ਖਾਦਾ। ਤਰਸ ਖਾ ਕੇ ਮੈਨੂੰ ਤੂੰ ਗੁਰੂ ਮਿਲਾਇਆ, ਇਸ ਗੁਰੂ ਨੂੰ ਮਿਲ ਕੇ ਮੈਂ ਤੇਰੇ ਵਿੱਚ ਅਪੇਦ ਹੋ ਗਿਆ। ਤਰਸ ਪਿਆ ਮੈਂ ਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਕਹਿੰਦੇ ਜਦੋਂ ਦਾ ਮੈਨੂੰ ਇਹ ਗੁਰੂ ਸੱਜਣ ਮਿਲਿਆ, ਇਸ ਗੁਰੂ ਦੇ ਲੜ ਲੱਗਾ, ਬਸ ਇੱਕੋ ਗੱਲ ਇਹ ਸਮਝ ਲੱਗੀ ਵੀ ਜਦੋਂ ਤੱਕ ਤੇ ਇਹਦੇ ਨਾਮ ਨੂੰ ਮੈਂ ਜਪਦਾ ਰਹਿਣਾ, ਜਦੋਂ ਤੱਕ ਤੇ ਸਿਮਰਦਾ ਰਹਿਣਾ, ਉਹਨੇ ਸਮੇਂ ਤੱਕ ਤੇ ਮੈਂ ਆਤਮਿਕ ਜੀਵਨ ਦੇ ਵਿੱਚ ਜਿਉਂਦਾ ਰਹਿਣਾ, ਨਹੀਂ ਤੇ ਇਹਨਾਂ ਵਿਕਾਰਾਂ ਦੇ ਵਿੱਚ ਡੁੱਬ ਕੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਤੇ ਬਾਬਾ ਕਬੀਰ ਜੀ ਜਿਹੜੇ ਆਪਣੇ ਗੁਰਬਾਣੀ ਦੇ ਅੰਦਰ ਇਹ ਗੱਲ ਲਿਖਦੇ ਪਏ ਨੇ, ਰਾਮ ਕਬੀਰਾ ਏਕ ਭਈ ਹੈ, ਕੋਈ ਨਾ ਸਕੈ ਪਛਾਣੀ। ਵੀ ਹੁਣ ਰਾਮ ਤੇ ਕਬੀਰ ਇੱਕ ਹੋ ਗਏ ਨੇ, ਅਭੇਦ ਹੋ ਗਏ ਨੇ ਆਪਸ ਦੇ ਵਿੱਚ, ਕੋਈ ਵੀ ਉਹਨਾਂ ਦੇ ਵਿੱਚ ਪਹਿਚਾਨ ਨਹੀਂ ਕਰ ਸਕਦਾ। ਉਸ ਬਾਬਾ ਕਬੀਰ ਜੀ ਨੇ ਆਪਣੀ ਬਾਣੀ ਦੇ ਅੰਦਰ ਇਹ ਗੱਲ ਆਖੀ, ਅਰਦਾਸ ਕਰਦੇ ਪਏ ਨੇ ਉਹ ਵੀ ਅਕਾਲ ਪੁਰਖ ਦੇ ਅੱਗੇ। ਮਨ ਦੇ ਵਿੱਚ ਤਰੰਗਾ ਪੈਦਾ ਹੋਈਆਂ ਵੀ ਕੋਈ ਇਹੋ ਜਿਹਾ ਹਰੀ ਦਾ ਦਾਸ ਹੋਵੇ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ, ਪਰ ਉਹ ਹਰੀ ਦਾ ਦਾਸ ਹੋਵੇ ਕਿਹੋ ਜਿਹਾ। ਸਤਿਗੁਰਾਂ ਨੇ ਤਿੰਨ, ਭਗਤ ਕਬੀਰ ਸਾਹਿਬ ਜੀ ਨੇ ਤਿੰਨ ਸ਼ਬਦ ਵਰਤੇ ਨੇ, ਤਿੰਨ ਸ਼ਲੋਕ ਪੜ੍ਹਦੇ। ਸਭ ਤੋਂ ਪਹਿਲਾਂ ਤੇ ਇਹ ਗੱਲ ਆਖੀ ਵੀ ਆਖਣ ਲੱਗੇ ਵੀ ਜੇਕਰ ਹਰੀ ਦਾ ਦਾਸ ਹੋਵੇ ਤੇ ਹਰੀ ਦਾ ਦਾਸ ਹੋਵੇ ਸੜਕ ਦੇ ਰੋੜੇ ਵਰਗਾ, ਰਾਹ ਦੇ ਰੋੜੇ ਵਰਗਾ।
ਵੀ ਇੰਨੀ ਨਿਮਰਤਾ ਦੇ ਵਿੱਚ ਹੋਵੇ। ਉਸ ਰੋੜੇ ਦੇ ਉੱਤੋਂ ਆਪਾਂ ਵੇਖਦੇ ਹਾਂ, ਪਤਾ ਨਹੀਂ ਕਿੰਨੇ ਕੁ ਆਵਾਜਾਈ ਦੇ ਸਾਧਨ, ਕਿੰਨੇ ਕੁ ਬੰਦੇ ਉਹਦੇ ਉੱਤੋਂ ਲੰਘਦੇ ਨੇ। ਕਦੇ ਵੀ ਉਸ ਰਸਤੇ ਦੇ ਰੋੜੇ ਨੇ ਆਵਾਜ਼ ਮਾਰ ਕੇ ਇਹ ਗੱਲ ਨਹੀਂ ਆਖੀ ਵੀ ਮੈਨੂੰ ਦੁੱਖ ਹੁੰਦਾ ਪਿਆ। ਤੇ ਬਾਬਾ ਕਬੀਰ ਸਾਹਿਬ ਜੀ ਆਖਦੇ ਨੇ ਵੀ ਆਖਣ ਲੱਗੇ ਵੀ ਜੇਕਰ ਹਰੀ ਦਾ ਦਾਸ ਹੋਵੇ ਤੇ ਹਰੀ ਦਾ ਦਾਸ ਰਸਤੇ ਦੇ ਰੋੜੇ ਵਰਗਾ ਹੋਵੇ, ਉਹਦੇ ਵਾਂਗ ਆਪਣੇ ਮਨ ਦੇ ਵਿੱਚੋਂ ਹੰਕਾਰ ਨੂੰ ਤਿਆਗ ਦੇਵੇ, ਹੰਕਾਰ ਨੂੰ ਛੱਡ ਦੇਵੇ, ਨਿਮਰਤਾ ਦੇ ਵਿੱਚ ਆ ਜਾਵੇ। ਪਰ ਫਿਰ ਮਨ ਦੇ ਵਿੱਚ ਵਿਚਾਰ ਆਈ, ਆਖਣ ਲੱਗੇ ਵੀ ਠੀਕ ਹੈ ਵੀ ਇਹੋ ਜਿਹਾ ਹਰੀ ਦਾ ਦਾਸ ਠੀਕ ਹੈ, ਪਰ ਕਈ ਵਾਰੀ ਤੇ ਇਹ ਸੜਕ ਦਾ ਰੋੜਾ ਵੀ ਠੁੱਡੇ ਲੱਗਣ ਦੇ ਨਾਲ ਕਈ ਲੋਕਾਂ ਨੂੰ ਦੁਖੀ ਕਰਦਾ ਹੈ। ਹਰੀ ਦਾ ਦਾਸ ਤੇ ਇਹੋ ਜਿਹਾ ਹੈ ਜਿਹਦੇ ਕੋਲੋਂ ਹਮੇਸ਼ਾ ਸੁੱਖ ਮਿਲਦਾ ਹੈ, ਦੁੱਖ ਤੇ ਮਿਲਦਾ ਹੀ ਨਹੀਂ। ਤੇ ਫਿਰ ਮਨ ਦੇ ਵਿੱਚ ਵਿਚਾਰ ਆਈ ਵੀ ਜੇਕਰ ਹਰੀ ਦਾ ਦਾਸ ਹੋਵੇ ਤੇ ਹਰੀ ਦਾ ਦਾਸ ਹੋਵੇ ਧਰਤੀ ਦੀ ਮਿੱਟੀ ਵਰਗਾ, ਜਿਹੜੀ ਹਰ ਸਮੇਂ ਲੋਕਾਂ ਦੇ ਪੈਰਾਂ ਦੇ ਵਿੱਚ ਰਹਿੰਦੀ ਹੈ, ਇੰਨੀ ਨਿਮਰਤਾ ਦੇ ਵਿੱਚ ਹੋਵੇ, ਇਹੋ ਜਿਹਾ ਹਰੀ ਦਾ ਦਾਸ ਹੋਵੇ। ਤੇ ਫਿਰ ਬਾਬਾ ਕਬੀਰ ਜੀ ਆਖਦੇ, ਕਹਿੰਦੇ ਵੀ ਫਿਰ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋਇਆ ਵੀ ਜੇਕਰ ਧਰਤੀ ਦੀ ਮਿੱਟੀ ਵਰਗਾ ਹੋਵੇ, ਕਹਿੰਦੇ ਜਦੋਂ ਤੇਜ਼ ਹਵਾਵਾਂ ਚੱਲਦੀਆਂ ਨੇ, ਇਹ ਤੂਫਾਨ ਆਉਂਦੇ ਨੇ, ਇਸ ਤੂਫਾਨ ਦੇ ਨਾਲ ਇਹ ਜਿਹੜੀ ਧਰਤੀ ਦੇ ਉੱਪਰ ਮਿੱਟੀ ਪਈ ਹੋਈ ਹੈ, ਰੇਤ ਪਈ ਹੋਈ ਹੈ, ਕਹਿੰਦੇ ਇਹ ਵੀ ਉੱਡਦੀ ਹੈ ਤੇ ਉੱਡ ਕੇ ਇਹ ਵੀ ਲੋਕਾਂ ਦੇ ਅੰਗ ਦੇ ਉੱਤੇ ਲੱਗਦੀ ਹੈ ਤੇ ਲੋਕੀ ਇਹਦੇ ਤੋਂ ਵੀ ਤੰਗ ਆ ਜਾਂਦੇ ਨੇ, ਕਿਉਂਕਿ ਇਹ ਘੱਟਾ ਜਦੋਂ ਸਰੀਰ ਦੇ ਉੱਤੇ ਪੈਂਦਾ ਵੀ ਆਖਦੇ ਵੀ ਸਾਡੇ ਕੱਪੜੇ, ਸਾਡਾ ਸਰੀਰ ਗੰਦਾ ਹੋ ਗਿਆ, ਇਹ ਮਿੱਟੀ ਪਈ। ਕਹਿੰਦੇ ਜੇਕਰ ਹਰੀ ਦਾ ਦਾਸ ਇਸ ਧਰਤੀ ਦੀ ਮਿੱਟੀ ਵਰਗਾ ਵੀ ਹੋਵੇ, ਕਹਿੰਦੇ ਪਰ ਇਹ ਮਿੱਟੀ ਵੀ ਕਈਆਂ ਨੂੰ ਦੁੱਖ ਦਿੰਦੀ ਹੈ। ਤੇ ਫਿਰ ਬਾਬਾ ਕਬੀਰ ਜੀ ਆਖਦੇ ਵੀ ਮਨ ਦੇ ਵਿੱਚ ਇਹ ਵਿਚਾਰ ਹੋਇਆ ਵੀ ਹਰੀ ਦਾ ਦਾਸ ਹੋਵੇ ਪਾਣੀ ਵਰਗਾ। ਮਨ ਦੇ ਵਿੱਚ ਵਿਚਾਰ ਆਇਆ ਵੀ ਪਾਣੀ ਵਰਗਾ ਹੋਵੇ ਤੇ ਪਾਣੀ ਵੀ ਦੁੱਖ ਦਿੰਦਾ ਹੈ, ਸਮੇਂ ਦੇ ਨਾਲ ਇਹ ਵੀ ਬਦਲ ਜਾਂਦਾ ਹੈ, ਇਹ ਠੰਡਾ ਵੀ ਹੁੰਦਾ, ਇਹਨੂੰ ਗਰਮ ਕੀਤਾ ਜਾਵੇ ਤੇ ਇਹ ਗਰਮ ਵੀ ਹੋ ਜਾਂਦਾ ਹੈ। ਪਰ ਲਾਸਟ ਦੇ ਵਿੱਚ ਆਖਣ ਲੱਗੇ ਬਾਬਾ ਕਬੀਰ ਜੀ ਆਖਦੇ, ਕਹਿੰਦੇ ਸਾਰਿਆਂ ਨੂੰ ਛੱਡ ਕੇ ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਅੱਗੇ ਅਰਦਾਸ ਬੇਨਤੀ ਇਹੀ ਹੈ ਵੀ ਜੇਕਰ ਹਰੀ ਦਾ ਦਾਸ ਹੋਵੇ ਤੇ ਉਹ ਹਰੀ ਵਰਗਾ ਹੀ ਹੋਵੇ, ਜਿਹੋ ਜਿਹਾ ਹਰੀ ਆਪ ਉਹ ਜਿਹਾ ਹਰੀ ਦਾ ਦਾਸ। ਕਿਉਂ ਨਾ ਤੇ ਹਰੀ ਉਹ ਪਰਮਾਤਮਾ ਅਕਾਲ ਪੁਰਖ ਕਿਸੇ ਨੂੰ ਦੁੱਖ ਦਿੰਦਾ ਹੈ, ਤੇ ਜੇਕਰ ਹਰੀ ਦਾ ਦਾਸ ਹੋਵੇਗਾ ਤੇ ਫਿਰ ਉਹ ਵੀ ਕਿਸੇ ਨੂੰ ਦੁੱਖ ਨਹੀਂ ਦੇਵੇਗਾ। ਕਬੀਰ ਰੋੜਾ ਹੋਈ ਰਹੂ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਤੇ ਫਿਰ ਬਾਬਾ ਕਬੀਰ ਜੀ ਆਖਦੇ, ਕਬੀਰ ਰੋੜਾ ਹੁਆ ਤੋ ਕਿਆ ਪਿਆ, ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੋਏ ਜਿਉ ਧਰਨੀ ਮੈਂ ਖੇ। ਤੇ ਜਦੋਂ ਧਰਤੀ ਦੀ ਮਿੱਟੀ ਆਖੀ ਤੇ ਫਿਰ ਆਖਿਆ ਵੀ ਕਹਿੰਦੇ ਕਬੀਰ ਖੇ ਹੋਈ ਤੋ ਕਿਆ ਪਿਆ, ਜੋ ਉਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਤੇ ਜਦੋਂ ਪਾਣੀ ਵਰਗਾ ਆਖਿਆ ਤੇ ਫਿਰ ਬਾਬਾ ਕਬੀਰ ਜੀ ਆਖਦੇ ਕਬੀਰ ਪਾਣੀ ਹੁਆ ਤੋ ਕਿਆ ਪਿਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ। ਹਰੀ ਦਾ ਜਨ, ਹਰੀ ਦਾ ਦਾਸ ਵੀ ਇਹੋ ਜਿਹਾ ਹੋਵੇ ਵੀ ਜਿਹੜਾ ਹਰੀ ਦੇ ਵਰਗਾ ਹੀ ਹੋਵੇ। ਸੁਖਮਨੀ ਸਾਹਿਬ ਦੀ ਆਪਾਂ ਬਾਣੀ ਪੜ੍ਹਦੇ ਹਾਂ, 3ਵੀਂ ਅਸ਼ਟਪਦੀ ਦੀਆਂ ਲਾਸਟ ਪੰਕਤੀਆਂ ਨੂੰ ਪੜ੍ਹ ਕੇ ਦੇਖੋ ਤੇ ਸਤਿਗੁਰਾਂ ਨੇ ਇਹ ਕਿਰਪਾ ਕੀਤੀ, ਕਹਿੰਦੇ ਹਰੀ ਦੇ ਦਾਸ ਦਾ ਜੋ ਰੱਬ ਦੇ ਨਾਲ ਮਿਲੇ ਹੁੰਦੇ ਨੇ, ਰੱਬ ਦੇ ਨਾਲ ਅਭੇਦ ਹੁੰਦਾ ਹੈ ਵੀ ਕਹਿੰਦੇ ਉਸ ਸੰਸਾਰ ਦੇ ਉੱਤੇ ਆਉਣ ਦਾ ਇਹਦਾ ਮਕਸਦ ਹੀ ਇਹ ਹੁੰਦਾ ਹੈ ਵੀ ਜਿੱਥੇ ਉਹ ਰੱਬ ਦੇ ਨਾਲ ਆਪ ਅਭੇਦ ਹੁੰਦਾ ਹੈ, ਉਹਦੇ ਨਾਲ ਨਾਲ ਉਹ ਦੂਸਰਿਆਂ ਨੂੰ ਵੀ ਅਭੇਦ ਕਰਦਾ, ਮਿਲਾ ਦਿੰਦਾ ਹੈ। ਧੰਨ 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 ਜਨ ਆਇਆ, ਜਿਸ ਪਰ ਸਾ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੋ, ਜਨ ਕੈ ਸੰਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦ ਬਲਿਹਾਰ। ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਉਸ ਜਨ ਦਾ, ਉਸ ਦਾਸ ਦਾ ਸੰਸਾਰ ਦੇ ਉੱਪਰ ਆਇਆ ਹੋਇਆ ਧਨ ਹੈ। ਕਿਉਂ?
ਜਿਸ ਦੀ ਕਿਰਪਾ ਦੇ ਨਾਲ ਮਨੁੱਖ ਹਰੀ ਦਾ ਨਾਮ ਸਿਮਰਦਾ ਹੈ। ਤੇ ਉਹ ਜਿੱਥੇ ਆਪ ਤੇ ਇਹਨਾਂ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰਦਾ ਹੀ ਹੈ, ਉਹਦੇ ਨਾਲ ਨਾਲ ਉਹ ਆਪਣੇ ਪਰਿਵਾਰ ਨੂੰ, ਆਪਣੇ ਸਾਕ ਸੰਬੰਧੀਆਂ ਨੂੰ, ਹੋਰਾਂ ਨੂੰ ਵੀ ਮੁਕਤ ਕਰ ਦਿੰਦਾ ਹੈ। ਤੇ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਇਹੋ ਜਿਹਾ ਜਿਹੜਾ ਤੇਰਾ ਦਾਸ ਹੈ ਵੀ ਇਹਦੇ ਤੋਂ ਮੈਂ ਸਦਕੇ ਜਾਣਾ, ਬਲਿਹਾਰਨੇ ਜਾਣਾ। ਤੇ ਪਿਆਰ ਵਾਲਿਓ, ਇਹੋ ਜਿਹਾ ਜੇਕਰ ਦਾਸ ਹੈ, ਆ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਇਹ ਕੀਮਤੀ ਬੋਲ ਨੇ, ਜਿਨ੍ਹਾਂ ਦੇ ਪਰਥਾਏ ਇਹ ਗੱਲ ਆਖੀ ਵੀ ਇਹ ਰਤਨ ਅਮੋਲਕ, ਵੀ ਇਹ ਰਤਨ ਅਮੋਲਕ ਨੇ, ਵੀ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਜਿਹਦੀ ਕੋਈ ਕੀਮਤ ਨਹੀਂ ਪਾ ਸਕਦੀ। ਇਹ ਗੁਰੂ ਦਾ ਸ਼ਬਦ ਇਹੋ ਜਿਹਾ ਹੈ, ਜੇਕਰ ਪਿਆਰ ਵਾਲਿਓ ਹਿਰਦੇ ਦੇ ਵਿੱਚ ਵਸ ਗਿਆ ਤੇ ਉਹ ਆਪ ਤੇ ਪਾਰ ਉਤਾਰਾ ਕਰਦਾ ਹੀ ਕਰਦਾ ਹੈ। ਉਹਦੇ ਨਾਲ ਨਾਲ ਉਹ ਆਪਣੇ ਕੁਲ ਨੂੰ ਵੀ ਤਾਰ ਲੈਂਦਾ ਹੈ। ਪੰਜਵੇਂ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਇੱਕ ਸਿੱਖ ਹੁੰਦਾ ਹੈ, ਸਖੀ ਸਰਵਰੀਆਂ ਦਾ ਪ੍ਰਚਾਰਕ, ਨਾਮ ਹੈ ਭਾਈ ਤੀਰਥਾ। ਨਗਾਹੇ ਦੀ ਧਰਤੀ ਤੋਂ ਵਾਪਸ ਆ ਰਿਹਾ ਹੈ ਆਪਣੇ ਕਾਫਲੇ ਦੇ ਨਾਲ। ਅੰਮ੍ਰਿਤਸਰ ਦੀ ਧਰਤੀ ਤੇ ਰੁਕਿਆ। ਇਹ ਹੁਣ ਗੜ੍ਹ ਹੈ, ਕੇਂਦਰੀ ਸਥਾਨ ਹੈ ਸਿੱਖਾਂ ਦਾ। ਪੰਜਵੇਂ ਪਾਤਸ਼ਾਹ ਜੀ ਗੁਰਿਆਈ ਦੇ ਉੱਪਰ ਸੁਸ਼ੋਭਿਤ ਨੇ, ਬੈਠੇ ਹੋਏ ਨੇ। ਇਹ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ, ਵੇਖਿਆ ਵੀ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ, ਬੜੀ ਚਹਿਲ ਪਹਿਲ। ਇਹਨੇ ਕਿਸੇ ਨੂੰ ਪੁੱਛ ਲਿਆ ਵੀ ਆ ਜਿਹੜਾ ਦਰ ਹੈ ਅੰਮ੍ਰਿਤਸਰ ਦੀ ਧਰਤੀ, ਵੀ ਇਹ ਕਿਹਦਾ ਦਰ ਹੈ? ਤੇ ਅੱਗੋਂ ਜਵਾਬ ਮਿਲਿਆ ਵੀ ਇਹ ਗੁਰੂ ਨਾਨਕ ਦਾ ਦਰ ਹੈ। ਤੇ ਇੱਥੇ ਗੁਰੂ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਪਾਤਸ਼ਾਹ ਜੀ ਗੁਰਿਆਈ ਦੇ ਉੱਤੇ ਬੈਠੇ ਹੋਏ ਨੇ। ਤੇ ਇਹਦੇ ਮਨ ਦੇ ਵਿੱਚ ਲਾਲਸਾ ਹੋਈ, ਕਿਉਂ ਨਾ ਜਾ ਕੇ, ਜੇਕਰ ਏਡੀ ਦੂਰ ਦਰੇਡੇ ਤੋਂ ਸੰਗਤਾਂ ਆਉਂਦੀਆਂ ਨੇ, ਵੀ ਜਾਂਦਾ ਜਾਂਦਾ ਮੈਂ ਵੀ ਦਰਸ਼ਨ ਕਰ ਜਾਵਾਂ। ਚਲਾ ਗਿਆ ਜਾ ਕੇ ਦਰਬਾਰ ਦੇ ਵਿੱਚ ਦਾਖਲ ਹੋਇਆ। ਕਿਸੇ ਸਿੱਖ ਨੂੰ ਪੁੱਛਿਆ ਵੀ ਇੱਥੋਂ ਮਿਲਦਾ ਕੀ ਹੈ? ਬੜੇ ਪਿਆਰ ਦੇ ਨਾਲ ਉਹਨੇ ਜਵਾਬ ਦਿੱਤਾ। ਆਖਣ ਲੱਗਾ ਇੱਥੋਂ ਗੁਰੂ ਦੀ ਸਿੱਖੀ ਮਿਲਦੀ ਹੈ, ਸਿੱਖੀ ਦੀ ਦਾਤ ਮਿਲਦੀ ਹੈ, ਜੀਵਨ ਜਿਉਣ ਦਾ ਢੰਗ ਮਿਲਦਾ ਹੈ। ਮਨ ਦੇ ਵਿੱਚ ਵਿਚਾਰ ਆਈ ਵੀ ਹਜੇ ਤੱਕ ਵੀ ਮੇਰੀ ਇੰਨੀ ਉਮਰ ਹੋ ਗਈ ਹੈ ਵੀ ਮੇਰੇ ਕੋਲ ਜੀਵਨ ਜਿਉਣ ਦਾ ਢੰਗ ਨਹੀਂ। ਹੁਣ ਕਿਸੇ ਵੀ ਬੰਦਾ ਕੋਈ ਮੈਨੂੰ ਆ ਕੇ ਆਖੇ ਭਾਈ ਤੈਨੂੰ ਜੀਵਨ ਜਿਉਣ ਦਾ ਢੰਗ ਨਹੀਂ, ਮੈਂ ਗੁੱਸੇ ਦੇ ਵਿੱਚ, ਬੰਦਾ ਕ੍ਰੋਧ ਦੇ ਵਿੱਚ ਆ ਜਾਂਦਾ, ਭਾਈ ਤੂੰ ਜ਼ਿਆਦਾ ਸਿਆਣਾ। ਇਹ ਮਨ ਦੇ ਵਿੱਚ ਇਹ ਵਿਚਾਰਾਂ ਸੋਚਦਾ ਸੋਚਦਾ ਗਿਆ ਸਤਿਗੁਰਾਂ ਦੇ ਕੋਲ, ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਹੱਥ ਜੋੜ ਕੇ ਬੇਨਤੀ ਕਰਦਾ। ਇਤਿਹਾਸਕਾਰ ਲਿਖਦੇ ਵੀ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਮੈਨੂੰ ਵੀ ਆਪਣੀ ਸਿੱਖੀ ਦੀ ਦਾਤ ਦਿਓ ਜੋ ਇਹਨਾਂ ਸਿੱਖਾਂ ਨੂੰ ਦਿੱਤੀ ਹੈ। ਤੇ ਅੱਗੋਂ ਸਤਿਗੁਰਾਂ ਨੇ ਜਵਾਬ ਦਿੱਤਾ, ਕਹਿੰਦੇ ਹਾਂ ਸਿੱਖੀ ਦੀ ਦਾਤ ਜ਼ਰੂਰ ਮਿਲ ਸਕਦੀ ਹੈ, ਪਰ ਜੇਕਰ ਭਾਂਡਾ ਪਹਿਲਾਂ ਹੀ ਭਰਿਆ ਹੋਵੇ, ਉਸ ਭਾਂਡੇ ਦੇ ਵਿੱਚ ਦੂਜੀ ਚੀਜ਼ ਨਹੀਂ ਪਾਈ ਜਾ ਸਕਦੀ। ਭਾਵ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕ ਸਕਦੀ। ਦੋ ਪਾਸੇ ਚੱਲੇਗਾ ਤੇ ਦੁਬਦਾ ਦੇ ਵਿੱਚ ਪਵੇਗਾ। ਸਤਿਗੁਰਾਂ ਦੀ ਬਾਣੀ ਇਹ ਗੱਲ ਆਖਦੀ ਹੈ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਦੁਬਦਾ ਦੇ ਵਿੱਚ ਕਦੇ ਨਾ ਪੈ, ਹਰੀ ਤੋਂ ਬਿਨਾ ਕਿਸੇ ਦੂਸਰੇ ਨੂੰ ਨਾ ਪੂਜ, ਤੇ ਮੜਾ ਮਸਾਨ ਨਾ ਜਾਈ, ਮੜੀਆਂ ਮਸਾਨਾਂ ਦੇ ਉੱਤੇ ਨਾ ਜਾਇਆ ਕਰ। ਤੇ ਇਹਨੇ ਜਦੋਂ ਬੇਨਤੀ ਕੀਤੀ, ਸਤਿਗੁਰਾਂ ਨੇ ਇਹ ਜਵਾਬ ਦਿੱਤਾ। ਆਖਣ ਲੱਗੇ ਭਾਈ ਸਭ ਤੋਂ ਪਹਿਲਾਂ ਤੇ ਆਪਣੇ ਮਨ ਦੇ ਵਿੱਚੋਂ ਜਿਹੜੀ ਸਿੱਖੀ ਟਿਕਾਈ ਹੋਈ ਹੈ, ਇਸ ਸਿੱਖੀ ਨੂੰ ਛੱਡ ਕੇ ਆ ਇਹ ਘਰ ਗਿਆ। ਸਖੀ ਸਰਵਰੀਆਂ ਦਾ ਪ੍ਰਚਾਰਕ ਹੈ, ਇਹਨੇ ਸਖੀ ਸਰਵਰੀਆਂ ਨੂੰ ਮਤ ਨੂੰ ਛੱਡਿਆ। ਇਤਿਹਾਸਕਾਰ ਲਿਖਦੇ ਘਰ ਦੇ ਵਿੱਚ ਪੀਰਖਾਨਾ ਬਣਿਆ ਹੋਇਆ ਸੀ, ਪੀਰਖਾਨੇ ਨੂੰ ਢਾਹ ਦਿੱਤਾ। ਹੁਣ ਨਗਰ ਦੇ ਇਲਾਕੇ ਦੇ ਜਿਹੜੇ ਮੰਨਣ ਵਾਲੇ ਸਨ, ਬੜਾ ਵਿਰੋਧ ਵੀ ਕੀਤਾ, ਪਰ ਮਨ ਨੂੰ ਸਮਝਾ ਲਿਆ, ਮਨ ਬਦਲ ਲਿਆ, ਆ ਗਿਆ ਸਤਿਗੁਰਾਂ ਦੇ ਦਰ ਦੇ ਉੱਪਰ। ਇੱਥੋਂ ਤੱਕ ਇਤਿਹਾਸਕਾਰ ਲਿਖਦੇ ਵੀ ਕਹਿੰਦੇ ਇਹ ਨਗਰ ਦਾ, ਉਸ ਇਲਾਕੇ ਦਾ ਚੌਧਰੀ ਸੀ, ਮੋਢੀ ਮੁਖੀ ਸੀ।
फिर इलाके वालियां ने इस मोढे मुखी की जिहड़ी कुर्सी उस पद तो भी थल्ले उतार दिता, पिंड दे विचों भी कढ़ दिता। होया कि सतगुरां दे दर उपर आया, इत्थे आके हुण सेवा करन लग्या। सतगुरां दे दर उपर लंगर दे विच लकड़ां लियाउण दी सेवा करनी, लंगर बनाउण दी सेवा करनी, छपाउणा करना। एक दिन इहो जिहा आया, हनेरी चल रही है, पूरी बारिश हो रही है। ये जंगल दे विच गया होया लकड़ां लैण दे लई। रस्ते 'च एक खूह पैंदा सी, लैके आ रहे भी तेज हवा दे नाल ਇਹ उस खूह दे विच डिग पिया, लकड़ां सिर दे उत्ते ने। हुण इत्थे ਅੰਮ੍ਰਿਤਸਰ ਦੇ ਧਰਤੀ ਦੇ ਉੱਤੇ ਪ੍ਰਸ਼ਾਦਾ ਤਿਆਰ होना, लंगर ਤਿਆਰ होना। ਤੇ ਇੱਥੇ ਜਦੋਂ ਸਿੱਖਾਂ ਨੇ ਵੇਖਿਆ ਵੀ ਭਾਈ ਮੰਝ ਨਹੀਂ ਪਹੁੰਚਿਆ, ਤੇ ਇਹ ਖਬਰ ਪਹੁੰਚੀ ਸਤਿਗੁਰਾਂ ਦੇ ਕੋਲ। ਕੁਝ ਸਿੱਖ ਗਏ ਨੇ ਪਤਾ ਕਰਨ ਦੇ ਲਈ ਕਿਉਂ ਨਹੀਂ ਭਾਈ ਮੰਝ ਪਹੁੰਚਿਆ। ਤੇ ਉੱਥੇ ਜਦੋਂ ਪਹੁੰਚੇ ਨੇ ਵੀ ਖੂਹ ਦੇ ਵਿੱਚ ਡਿੱਗਾ ਵੇਖਿਆ, ਤੇ ਕਿਸੇ ਨੇ ਆ ਕੇ ਖਬਰ ਦੇ ਦਿੱਤੀ ਸਤਿਗੁਰਾਂ ਨੂੰ, ਸਤਿਗੁਰੂ ਪਾਤਸ਼ਾਹ ਜੀ ਭਾਈ ਮੰਝ ਤੇ ਖੂਹ ਦੇ ਵਿੱਚ ਡਿੱਗੇ ਨੇ। ਤੇ ਇਹ ਸਤਿਗੁਰੂ ਪਾਤਸ਼ਾਹ ਜੀ ਇਤਿਹਾਸਕਾਰ ਲਿਖਦੇ ਵੀ ਆਪ ਨੰਗੇ ਪੈਰੀ ਭੱਜੇ ਨੇ, ਦੌੜੇ ਨੇ। ਤੇ ਜਦੋਂ ਉਸ ਖੂਹ ਦੇ ਕੋਲ ਪਹੁੰਚੇ ਨੇ, ਤੇ ਖੂਹ ਦੇ ਕੋਲ ਪਹੁੰਚ ਕੇ ਆਵਾਜ਼ ਮਾਰੀ, ਆਖਣ ਲੱਗੇ ਭਾਈ ਮੰਝ ਬਾਹਰ ਨਿਕਲ। ਤੇ ਇਹਦਾ ਜਵਾਬ ਕੀ ਸੀ? ਆਖਣ ਲੱਗਾ ਸਤਿਗੁਰੂ ਆ ਸਭ ਤੋਂ ਪਹਿਲਾਂ ਮੇਰੇ ਸਿਰ ਦੇ ਉੱਤੇ ਲੱਕੜਾਂ ਨੇ, ਇਹਨਾਂ ਲੱਕੜਾਂ ਨੂੰ ਬਾਹਰ ਕੱਢੋ, ਕਿਉਂਕਿ ਇਹ ਗੁਰੂ ਦੇ ਦਰ ਦੇ ਉੱਤੇ ਲੰਗਰ ਤਿਆਰ ਹੋਣਾ। ਸਾਡੇ ਵਰਗਾ ਹੁੰਦਾ ਵੀ ਆਖਦਾ ਛੱਡ ਮਣਾ, ਚਲੋ ਛੱਡ, ਵੀ ਆਪ ਪਹਿਲਾਂ ਬਾਹਰ ਨਿਕਲੀਏ, ਲੱਕੜਾਂ ਹੋਰ ਆ ਜਾਣਗੀਆਂ। ਕਿਉਂ? ਇੱਕ ਤੇ ਮਨ ਦਾ ਹੰਕਾਰ ਛੱਡ ਦਿੱਤਾ, ਤੇ ਦੂਜਾ ਗੁਰੂ ਵਾਲਾ ਹੋ ਗਿਆ। ਤੇ ਉੱਥੇ ਇਤਿਹਾਸਕਾਰ ਲਿਖਦੇ ਵੀ ਆਖਣ ਲੱਗੇ ਵੀ ਫਿਰ ਸਤਿਗੁਰਾਂ ਦੇ ਜ਼ੁਬਾਨ ਦੇ ਵਿੱਚੋਂ ਕੁਝ ਬੋਲ ਨਿਕਲੇ। ਉਹਨੂੰ ਇਹ ਵਰ ਦਿੱਤਾ ਵੀ ਵਰ ਕੇ ਦਿੱਤਾ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਮੰਝ ਗੁਰੂ ਦਾ ਪਿਆਰਾ ਹੈ ਤੇ ਗੁਰੂ ਮੰਝ ਦਾ ਪਿਆਰਾ ਹੈ। ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ, ਇਹ ਇੱਕ ਹੁਣ ਜਹਾਜ਼ ਬਣ ਗਿਆ ਹੈ ਜਿਹਦੇ ਉੱਤੇ ਸਵਾਰ ਹੋ ਕੇ ਲੱਖਾਂ ਜਿਹੜੇ ਲੋਕ ਨੇ ਇਸ ਭਵਜਲ ਸਾਗਰ ਨੂੰ ਪਾਰ ਕਰ ਜਾਣਗੇ। ਤੇ ਅੱਜ ਵੀ ਜੇਕਰ ਪਿਆਰ ਵਾਲਿਓ, ਇਹ ਸਾਡੇ ਕੋਲ ਜੋ ਇਤਿਹਾਸ ਹੈ, ਘਟਨਾ ਨੇ, ਇਹ ਸਾਨੂੰ ਉਸ ਦੇ ਨਾਲ ਜੋੜਦੀਆਂ ਨੇ। ਕਿਵੇਂ ਉਹ ਆ ਕੇ ਜੁੜਿਆ। ਤੇ ਅੱਜ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਇਹ ਕਰਦੇ ਵੀ ਆਖਣ ਲੱਗੇ ਕੋਈ ਜਨ ਹਰਿ ਸਿਉ ਦੀਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਆਖਣ ਲੱਗੇ ਹੇ ਭਾਈ ਕੋਈ ਹਰੀ ਦਾ ਦਾਸ, ਹਰੀ ਦਾ ਸੇਵਕ ਇਹੋ ਜਿਹਾ ਮੈਨੂੰ ਮਿਲਾ ਦੇ ਜਿਹਦੇ ਲੜ ਲੱਗ ਕੇ ਮੈਂ ਉਸ ਅਕਾਲ ਪੁਰਖ ਦੇ ਨਾਲ ਮਿਲ ਪਵਾਂ। ਤੇ ਜੇਕਰ ਕੋਈ ਮੈਨੂੰ ਮਿਲਾ ਦਿੰਦਾ, ਮੈਂ ਉਹਦੇ ਚਰਨਾਂ ਨੂੰ ਫੜ ਲਵਾਂਗਾ। ਤੇ ਮੇਰੇ ਸਰੀਰ ਦੇ ਵਿੱਚ ਇਹ ਜਿੰਨੇ ਪ੍ਰਾਣ ਨੇ, ਜਿੰਨੇ ਸਮੇਂ ਤੱਕ ਇਹ ਸਵਾਸ ਨੇ, ਇਹਨਾਂ ਸਵਾਸਾਂ ਦੇ ਨਾਲ ਮੈਂ ਸਦਾ ਦੇ ਲਈ ਉਹਦਾ ਆਗਿਆਕਾਰ ਬਣ ਜਾਵਾਂਗਾ। ਜੋ ਆਖੇਗਾ ਉਹਦੇ ਹੁਕਮ ਦੇ ਵਿੱਚ ਚੱਲਾਂਗਾ। ਤੇ ਆ ਜਿਹੜੀ ਜ਼ੁਬਾਨ ਹੈ, ਇਸ ਜ਼ੁਬਾਨ ਦੇ ਵਿੱਚੋਂ ਉਹਦੇ ਪਰਥਾਏ ਮਿੱਠੇ ਬੋਲ ਬੋਲਾਂਗਾ ਤੇ ਨਾਲ ਉਹਦਾ ਧੰਨਵਾਦ ਕਰਾਂਗਾ। ਤੇ ਫਿਰ ਸਤਿਗੁਰਾਂ ਨੇ ਕੁਝ ਕੁ ਜੁਗਤਾਂ ਦੱਸੀਆਂ ਵੀ ਜੇਕਰ ਉਸ ਪਰਮਾਤਮਾ ਦੇ ਨਾਲ ਮਿਲਣਾ ਹੈ ਤੇ ਆਪਣੇ ਜੀਵਨ ਨੂੰ ਕਿਵੇਂ ਢਾਲੀਏ। ਆਖਣ ਲੱਗੇ ਮਨ ਤਨ ਨਿਰਮਲ ਕਰਤ ਕੀ ਆਰੋ, ਹਰ ਸਿੰਚੈ ਸੁਦਾ ਸੰਜੋਰ, ਇਹ ਰਸ ਮੈਂ ਮਗਨ ਹੋਤ ਕਿਰਪਾ ਤੇ ਮਹ ਵਿਖਿਆ ਤੇ ਤੋਰ। ਹੁਣ ਜਦੋਂ ਕਿਸਾਨ ਨੇ ਕੋਈ ਫਸਲ ਬੀਜਣੀ ਹੋਵੇ, ਉਹ ਪਹਿਲਾਂ ਜੋ ਖੇਤੀ ਦਾ ਕਿੱਲਾ ਹੋਵੇ, ਕੋਈ ਕਿਆਰਾ ਲਾ ਲਵੋ, ਜਿਸ ਕਿਆਰੇ ਦੇ ਵਿੱਚ ਉਹਨੇ ਕੋਈ ਚੀਜ਼ ਬੀਜਣੀ ਹੈ, ਪਹਿਲਾਂ ਉਸ ਕਿਆਰੇ ਨੂੰ ਚੰਗੀ ਤਰ੍ਹਾਂ ਵਾਹੁੰਦਾ, ਵਾਹ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਸੁਆਰਾ ਕਰਦਾ, ਸੁਆਰਾ ਕਰਕੇ ਫਿਰ ਉਹਦੇ ਵਿੱਚ ਬੀਜ ਬੀਜਦਾ, ਬੀਜ ਬੀਜ ਕੇ ਫਿਰ ਉਹਦੇ ਵਿੱਚ ਫਿਰ ਪਾਣੀ ਦਿੰਦਾ ਤਾਂ ਜੋ ਫਸਲ ਬੀਜੀ ਹੋਈ ਉੱਗ ਪਵੇ। ਤੇ ਇੱਕ ਦਿਨ ਇਹੋ ਜਿਹਾ ਹੁੰਦਾ ਜਦੋਂ ਉਹ ਫਸਲ ਉੱਗਦੀ ਹੈ, ਫਸਲ ਪੱਕ ਕੇ ਫਿਰ ਉਹਨੂੰ ਦੁੱਗਣਾ ਤਿਗਣਾ ਕਈ ਗੁਣਾ ਉਹਨੂੰ ਜ਼ਿਆਦਾ ਫਲ ਦਿੰਦੀ ਹੈ। ਕਹਿੰਦੇ ਇਸੇ ਪ੍ਰਕਾਰ ਭਾਈ ਇਹ ਤੇਰਾ ਮਨ ਤੇ ਤਨ, ਇਹ ਮੰਨ ਲੈ ਇੱਕ ਕਿਆਰਾ ਆ,
ਤੇ ਇਸ ਕਿਆਰੇ ਨੂੰ ਤੂੰ ਚੰਗੀ ਤਰ੍ਹਾਂ ਵਾਹ ਤੇ ਇਹਦੇ ਵਿੱਚ ਕੀ ਕਰ, ਹਰੀ ਦੇ ਨਾਮ ਦਾ ਬੀਜ ਬੀਜ ਤੇ ਉਹਦੇ ਤੋਂ ਬਾਅਦ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਤੇ ਕੀ ਕਰ, ਫਿਰ ਹਰੀ ਦੇ ਨਾਮ ਰੂਪੀ ਜਿਹੜਾ ਜਲ ਹੈ ਇਹ ਗੁਰਬਾਣੀ ਹੈ, ਇਹ ਗੁਰਬਾਣੀ ਰੂਪੀ ਜਲ ਦੇ ਨਾਲ ਆਪਣੇ ਇਸ ਮਨ ਤਨ ਰੂਪੀ ਜਿਹੜਾ ਕਿਆਰਾ ਹੈ ਇਹਨੂੰ ਸਿੰਜ ਤੇ ਇਹ ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹ ਵਿਖਿਆ ਤੇ ਤੋਰ। ਕਹਿੰਦੇ ਇਹ ਸਭ ਕੁਝ ਕਰਨ ਤੋਂ ਬਾਅਦ ਇੱਕ ਇਹੋ ਜਿਹਾ ਰਸ ਪੈਦਾ ਹੋਵੇਗਾ ਜਿਸ ਰਸ ਦੇ ਵਿੱਚੋਂ ਇਹ ਤ੍ਰੈ ਗੁਣ ਰੂਪੀ ਜਿਹੜੀ ਮਾਇਆ ਹੈ ਇਹ ਮਾਇਆ ਦੇ ਨਾਲ ਸੰਬੰਧ ਟੁੱਟ ਜਾਵੇਗਾ ਤੇ ਇਹ ਤੇਰਾ ਸੰਬੰਧ ਉਸ ਅਕਾਲ ਪੁਰਖ ਦੇ ਨਾਲ ਜੁੜ ਜਾਵੇਗਾ। ਤੇ ਅੱਗੇ ਕਿਰਪਾ ਕੀਤੀ, ਆਯੂ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਅਵਹਿ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਕਹਿੰਦੇ हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀਓ, ਦੀਨਾਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲੇ ਪ੍ਰਮਾਤਮਾ, ਮੈਂ ਤੇਰੇ ਦਰ ਦੇ ਉੱਤੇ ਆਇਆ, ਹੁਣ ਤੂੰ ਸ਼ਰਨ ਆਈ ਨੂੰ ਤੂੰ ਰੱਖ ਲੈ। ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਕਹਿੰਦੇ ਇਸ ਨਾਨਕ ਦੇ ਉੱਤੇ ਆਪਣੇ ਦਾਸ ਦੇ ਉੱਤੇ ਕਿਰਪਾ ਕਰ, ਇੱਕ ਤੇ ਇਹਨੂੰ ਬੰਧਨਾਂ ਤੋਂ ਛੁਡਾ ਲੈ ਤੇ ਦੂਜਾ ਇਹੋ ਜਿਹੇ ਨਾਮ ਦੀ ਦਾਤ ਬਖਸ਼ ਜਿਸ ਨਾਮ ਦੀ ਦਾਤ ਦੇ ਨਾਲ ਮੈਂ ਆਪਣੇ ਜੀਵਨ ਨੂੰ ਸਫਲਾ ਕਰ ਲਵਾਂ ਤੇ ਇਸ ਸੰਸਾਰ ਦੇ ਉੱਪਰ ਆਇਆ ਹੋਇਆ ਜੀਵਨ ਸਫਲਾ ਹੋ ਜਾਵੇ। ਸੋ ਪਿਆਰ ਵਾਲਿਓ, ਇਹ ਗੁਰੂ ਇੱਕ ਇਹੋ ਜਿਹਾ ਜਿਹੜਾ ਇਸ ਗੁਰੂ ਦੇ ਲੜ ਲੱਗ ਗਿਆ, ਇਹ ਜਿੱਥੇ ਆਪ ਮੁਕਤ ਹੈ ਇਹ ਦੂਸਰਿਆਂ ਨੂੰ ਵੀ ਮੁਕਤ ਕਰਦਾ ਹੈ। ਪਤਾ ਨਹੀਂ ਇਹਦੇ ਦਰ ਦੇ ਉੱਤੇ ਕਿੰਨੇ ਆਏ, ਕਿੰਨਿਆਂ ਨੂੰ ਇਹਨੇ ਤਾਰਿਆ। ਸੋ ਕੋਸ਼ਿਸ਼ ਕਰੀਏ ਚੱਲ ਕੇ ਗੁਰੂ ਦੇ ਦਰ ਦੇ ਉੱਤੇ ਆਈਏ ਕਰੀਏ। ਜ਼ਰੂਰੀ ਨਹੀਂ ਸਵੇਰੇ ਸ਼ਾਮ, ਜਦੋਂ ਸਮਾਂ ਲੱਗੇ ਦਿਨ ਦੇ ਵਿੱਚੋਂ 5 ਮਿੰਟ 10 ਮਿੰਟ ਗੁਰਬਾਣੀ ਨੂੰ ਪੜ੍ਹੀਏ, ਸਤਿਗੁਰਾਂ ਦੇ ਦਰ ਦੇ ਉੱਤੇ ਆਈਏ, ਇੱਥੇ ਆ ਕੇ ਨਮਸਕਾਰ ਕਰੀਏ, ਸਿਰ ਝੁਕਾਈਏ, ਕੇਵਲ ਇੱਕੋ ਇੱਕ ਇਹ ਅਰਦਾਸ ਕਰੀਏ, ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰੋ, ਸਾਡਾ ਵੀ ਇਹ ਜੀਵਨ ਸਫਲਾ ਹੋ